ਹੈਲੋ ਬੱਚੋ, ਅੱਜ ਅਸੀਂ 7ਵੀਂ ਕਲਾਸ ਦਾ 16ਵਾਂ ਪਾਠ ਬਿਮਾਰੀਆਂ ਤੋਂ ਬਚਾਓ ਪੜ੍ਹਨ ਜਾ ਰਹੇ ਹਾਂ। ਇਸ ਵਿੱਚ ਸਾਨੂੰ ਤੰਦਰੁਸਤ ਰਹਿਣ ਲਈ ਅਤੇ ਬਿਮਾਰੀਆਂ ਤੋਂ ਬਚਣ ਬਾਰੇ ਅਤੇ ਸਾਫ਼ ਸਫਾਈ ਅਤੇ ਸਰੀਰ ਦੀ ਦੇਖਭਾਲ ਬਾਰੇ ਦੱਸਿਆ ਗਿਆ ਹੈ। ਇਸ ਵਿੱਚ ਸਾਨੂੰ ਸਰੀਰ ਵਿੱਚ ਲੱਗਣ ਵਾਲੇ ਰੋਗਾਂ ਦਾ ਅਤੇ ਉਹਨਾਂ ਤੋਂ ਬਚਾਓ ਕਿਵੇਂ ਹੁੰਦਾ ਹੈ ਇਹਨਾਂ ਬਾਰੇ ਦੱਸਿਆ ਗਿਆ ਹੈ। ਆਓ ਇਸ ਪਾਠ ਨੂੰ ਪੜ੍ਹਦੇ ਹਾਂ। ਕਮਲ ਪਿਤਾ ਜੀ ਕੋਲ ਬੈਠੀ ਸੀ। ਕਮਲ ਇੱਕ ਕੁੜੀ ਦਾ ਨਾਂ ਹੈ ਜੋ ਆਪਣੇ ਪਿਤਾ ਜੀ ਕੋਲ ਬੈਠੀ ਸੀ। ਇੰਨੇ ਨੂੰ ਅਮਰਜੀਤ ਬਾਹਰੋਂ ਆਇਆ। ਪਿਤਾ ਜੀ ਨੇ ਪੁੱਛਿਆ, ਤੂੰ ਕਿੱਥੇ ਗਿਆ ਸੀ ਅਮਰਜੀਤ? ਅਮਰਜੀਤ ਕਹਿੰਦਾ ਹੈ, ਤੁਸੀਂ ਦੀਪਕ ਨੂੰ ਜਾਣਦੇ ਹੋ ਨਾ, ਉਹ ਸਾਡੇ ਗੁਆਂਢ ਵਿੱਚ ਹੀ ਤਾਂ ਰਹਿੰਦਾ ਹੈ। ਉਸ ਨੂੰ ਖਸਰਾ ਨਿਕਲ ਆਇਆ ਸੀ, ਉਸ ਨੂੰ ਵੇਖਣ ਗਿਆ ਸਾਂ। ਇਹ ਅਮਰਜੀਤ ਨੇ ਜਵਾਬ ਦਿੱਤਾ। ਅੱਗੋਂ ਪਿਤਾ ਜੀ ਬੋਲਦੇ ਹਨ, ਕੀ ਤੂੰ ਜਾਣਦਾ ਹੈ ਕਿ ਖਸਰਾ ਛੂਤ ਦਾ ਰੋਗ ਹੈ ਜਿਹੜੇ ਟੱਚ ਕਰਨ ਨਾਲ ਹੋ ਜਾਂਦੇ ਹਨ? ਕਮਲ ਕਹਿੰਦਾ ਹੈ, ਛੂਤ ਦਾ ਰੋਗ ਕੀ ਹੁੰਦਾ ਹੈ ਪਿਤਾ ਜੀ? ਅਤੇ ਪਿਤਾ ਜੀ ਦੱਸਦੇ ਹਨ, ਛੂਤ ਦਾ ਰੋਗ ਉਸ ਰੋਗ ਨੂੰ ਕਹਿੰਦੇ ਹਨ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਲੱਗ ਜਾਂਦਾ ਹੈ। ਉਹ ਕਿਸ ਤਰ੍ਹਾਂ? ਅਮਰਜੀਤ ਨੇ ਪੁੱਛਿਆ। ਅਤੇ ਪਿਤਾ ਜੀ ਦੱਸਦੇ ਹਨ, ਰੋਗ ਹਮੇਸ਼ਾ ਛੋਟੇ ਕੀਟਾਣੂਆਂ ਦੁਆਰਾ ਫੈਲਦੇ ਹਨ। ਛੋਟੇ ਕੀਟਾਣੂਆਂ ਦੁਆਰਾ ਫੈਲਦੇ ਹਨ। ਇਹ ਕੀਟਾਣੂ ਇੰਨੇ ਛੋਟੇ ਹੁੰਦੇ ਹਨ ਕਿ ਇਹਨਾਂ ਨੂੰ ਸਿਰਫ ਖੁਰਦਬੀਨ ਨਾਲ ਹੀ ਵੇਖਿਆ ਜਾ ਸਕਦਾ ਹੈ, ਜਿਹਨੂੰ ਆਪਾਂ ਦੂਰਬੀਨ ਕਹਿੰਦੇ ਹਾਂ। ਇਹ ਕੀਟਾਣੂ ਮਨੁੱਖ ਦੇ ਸਰੀਰ ਅੰਦਰ ਦਾਖਲ ਹੋ ਕੇ ਵੱਧਦੇ ਹਨ ਅਤੇ ਉੱਥੇ ਇੱਕ ਤਰ੍ਹਾਂ ਦਾ ਜ਼ਹਿਰ ਪੈਦਾ ਕਰਦੇ ਹਨ। ਇਸੇ ਜ਼ਹਿਰ ਤੋਂ ਹੀ ਰੋਗ ਪੈਦਾ ਹੁੰਦੇ ਹਨ। ਅਮਰਜੀਤ ਕਹਿੰਦਾ ਹੈ, ਇਹ ਕੀਟਾਣੂ ਮਨੁੱਖ ਦੇ ਸਰੀਰ ਅੰਦਰ ਕਿਸ ਤਰ੍ਹਾਂ ਚਲੇ ਜਾਂਦੇ ਹਨ? ਅਤੇ ਪਿਤਾ ਜੀ ਜਵਾਬ ਦਿੰਦੇ ਹਨ, ਇਹ ਕੀਟਾਣੂ ਹਵਾ, ਪਾਣੀ, ਭੋਜਨ ਅਤੇ ਕੁਝ ਕੀੜਿਆਂ ਦੀ ਸਹਾਇਤਾ ਨਾਲ ਮਨੁੱਖ ਦੇ ਸਰੀਰ ਵਿੱਚ ਦਾਖਲ ਹੁੰਦੇ ਹਨ। ਪਹਿਲਾਂ ਹਵਾ ਵਿਚਲੇ ਕੀਟਾਣੂਆਂ ਨੂੰ ਸਮਝੋ। ਜਿਸ ਹਵਾ ਵਿੱਚ ਬਿਮਾਰੀ ਦੇ ਕੀਟਾਣੂ ਹੁੰਦੇ ਹਨ, ਉਸ ਵਿੱਚ ਸਾਹ ਲੈਣ ਨਾਲ ਕੀਟਾਣੂ ਸਰੀਰ ਵਿੱਚ ਦਾਖਲ ਹੋ ਕੇ ਰੋਗ ਪੈਦਾ ਕਰ ਦਿੰਦੇ ਹਨ, ਜਿਵੇਂ ਅੱਜ ਕੱਲ੍ਹ ਕਰੋਨਾ ਵਾਇਰਸ ਚੱਲ ਰਿਹਾ ਹੈ। ਅਤੇ ਉਸ ਤੋਂ ਬਾਅਦ ਕਮਲ ਕਹਿੰਦਾ ਹੈ, ਫਿਰ ਕਮਲ ਜਿਹੜੀ ਕੋਲ ਬੈਠੀ ਸੀ ਪਿਤਾ ਜੀ ਦੇ, ਉਹ ਕੁੜੀ, ਉਹ ਕਹਿੰਦੀ ਹੈ, ਪਿਤਾ ਜੀ ਹਵਾ ਤੋਂ ਫੈਲਣ ਵਾਲੇ ਰੋਗ ਕਿਹੜੇ ਕਿਹੜੇ ਹੁੰਦੇ ਹਨ? ਪਿਤਾ ਜੀ ਦੱਸਦੇ ਹਨ, ਖਸਰਾ, ਚੇਚਕ ਅਤੇ ਤਪੇਦਿਕ ਆਦਿ ਅਜਿਹੇ ਹੀ ਰੋਗ ਹਨ ਜੋ ਕਿ ਹਵਾ ਨਾਲ ਫੈਲਦੇ ਹਨ। ਫਿਰ ਅਮਰਜੀਤ ਪੁੱਛਦਾ ਹੈ, ਖਸਰੇ ਦੀ ਬਿਮਾਰੀ ਦੀਆਂ ਕਿਹੜੀਆਂ ਨਿਸ਼ਾਨੀਆਂ ਹਨ ਪਿਤਾ ਜੀ? ਅਤੇ ਪਿਤਾ ਜੀ ਦੱਸਦੇ ਹਨ, ਨੱਕ ਅਤੇ ਗਲਾ ਸੁੱਕ ਜਾਂਦਾ ਹੈ, ਅੱਖਾਂ 'ਚੋਂ ਪਾਣੀ ਵਗਦਾ ਹੈ ਅਤੇ ਸਰੀਰ 'ਤੇ ਛੋਟੇ ਛੋਟੇ ਦਾਣੇ ਨਿਕਲ ਆਉਂਦੇ ਹਨ। ਸਰੀਰ ਦਾ ਰੰਗ ਲਾਲ ਹੋ ਜਾਂਦਾ ਹੈ। ਕਮਲ ਕਹਿੰਦੀ ਹੈ, ਖਸਰੇ ਤੋਂ ਬਚਣ ਲਈ ਕਿਹੜੇ ਕਿਹੜੇ ਉਪਾਅ ਹਨ, ਵੀ ਕਿਵੇਂ ਬਚਿਆ ਜਾ ਸਕਦਾ ਹੈ? ਪਿਤਾ ਜੀ ਦੱਸਦੇ ਹਨ, ਇਸ ਤੋਂ ਬਚਣ ਲਈ ਰੋਗੀ ਨੂੰ ਅਲੱਗ ਰੱਖਣਾ ਚਾਹੀਦਾ ਹੈ, ਨਾ ਤਾਂ ਉਸ ਕੋਲ ਜ਼ਿਆਦਾ ਬੈਠਣਾ ਚਾਹੀਦਾ ਹੈ ਅਤੇ ਨਾ ਹੀ ਉਸ ਦੇ ਕੱਪੜਿਆਂ ਨੂੰ ਛੂਹਣਾ ਚਾਹੀਦਾ ਹੈ, ਟੱਚ ਕਰਨਾ ਚਾਹੀਦਾ ਹੈ। ਫਿਰ ਅਮਰਜੀਤ ਪੁੱਛਦਾ ਹੈ, ਪਿਤਾ ਜੀ ਕੀ ਤਪੇਦਿਕ ਵੀ ਛੂਤ ਦਾ ਰੋਗ ਹੈ? ਕਹਿੰਦੇ ਹਨ ਕਿ ਉਹ ਬੜਾ ਭਿਆਨਕ ਹੁੰਦਾ ਹੈ। ਪਿਤਾ ਜੀ ਦੱਸਦੇ ਹਨ, ਹਾਂ, ਇਹ ਵੀ ਛੂਤ ਦਾ ਹੀ ਰੋਗ ਹੈ। ਇਸ ਰੋਗ ਵਾਲੇ ਰੋਗੀ ਨੂੰ ਖੰਘ ਅਤੇ ਬੁਖਾਰ ਹੋ ਜਾਂਦਾ ਹੈ। ਖੰਘ ਮਤਲਬ ਖਾਂਸੀ ਹੋ ਜਾਂਦੀ ਹੈ, ਬੁਖਾਰ ਹੋ ਜਾਂਦਾ ਹੈ। ਹਰ ਰੋਜ਼ ਕਮਜ਼ੋਰੀ ਵੱਧਦੀ ਜਾਂਦੀ ਹੈ, ਭਾਰ ਘੱਟ ਹੋ ਜਾਂਦਾ ਹੈ, ਕੰਮ ਕਰਨ ਦੀ ਤਾਕਤ ਘੱਟ ਜਾਂਦੀ ਹੈ, ਮਤਲਬ ਕੰਮ ਨਹੀਂ ਹੁੰਦਾ, ਫੇਫੜੇ ਖਰਾਬ ਹੋ ਜਾਂਦੇ ਹਨ। ਜੇਕਰ ਬਿਮਾਰੀ ਵੱਧ ਜਾਵੇ ਤਾਂ ਖੰਘਣ ਦੇ ਬਲਗਮ ਨਾਲ ਖੂਨ ਵੀ ਆਉਣ ਲੱਗਦਾ ਹੈ। ਕਦੇ ਕਦੇ ਇਹ ਰੋਗ ਫੇਫੜਿਆਂ ਦੀ ਥਾਂ ਅੱਖਾਂ ਜਾਂ ਹੱਡੀਆਂ ਵਿੱਚ ਵੀ ਹੋ ਜਾਂਦੀ ਹੈ। ਫਿਰ ਕਮਲ ਪੁੱਛਦੀ ਹੈ, ਇਸ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਅਤੇ ਪਿਤਾ ਜੀ ਦੱਸਦੇ ਹਨ, ਸਾਨੂੰ ਤੰਗ, ਹਨੇਰੇ ਅਤੇ ਮਿੱਲ ਵਾਲੇ ਮਕਾਨਾਂ ਵਿੱਚ ਨਹੀਂ ਰਹਿਣਾ ਚਾਹੀਦਾ। ਜਿਹੜੇ ਸਿੱਲ ਹੁੰਦੇ, ਮਿੱਲ ਨਹੀਂ ਸੋਰੀ ਸਿੱਲ ਵਾਲੇ ਮਕਾਨਾਂ ਵਿੱਚ ਨਹੀਂ ਰਹਿਣਾ ਚਾਹੀਦਾ, ਜਿਨ੍ਹਾਂ ਵਿੱਚ ਸਿੱਲ ਹੁੰਦੀ ਹੈ, ਜਿਨ੍ਹਾਂ ਵਿੱਚ ਠੰਡਕ ਹੁੰਦੀ ਹੈ। ਸਾਡੇ ਘਰਾਂ ਵਿੱਚ ਧੁੱਪ ਅਤੇ ਰੋਸ਼ਨੀ ਦਾ ਠੀਕ ਪ੍ਰਬੰਧ ਹੋਣਾ ਚਾਹੀਦਾ ਹੈ। ਸਾਨੂੰ ਚੰਗਾ ਭੋਜਨ ਖਾਣਾ ਚਾਹੀਦਾ ਹੈ ਅਤੇ ਨਸ਼ੇ ਵਾਲੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਦੁੱਧ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ। ਇਸ ਦੇ ਨਾਲ ਨਾਲ BCG ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਫਿਰ ਅਮਰਜੀਤ ਪੁੱਛਦਾ ਹੈ, ਪਿਤਾ ਜੀ ਪਾਣੀ ਅਤੇ ਭੋਜਨ ਰਾਹੀਂ ਕਿਹੜੇ ਕਿਹੜੇ ਛੂਤ ਦੇ ਰੋਗ ਫੈਲਦੇ ਹਨ? ਪਿਤਾ ਜੀ ਦੱਸਦੇ ਹਨ, ਹੈਜਾ, ਟਾਈਫਾਈਡ ਆਦਿ ਰੋਗ ਇਸੇ ਸ਼੍ਰੇਣੀ ਵਿੱਚ ਹੀ ਆਉਂਦੇ ਹਨ, ਜਿਹੜੇ ਕਿ ਪਾਣੀ ਅਤੇ ਭੋਜਨ ਨਾਲ ਫੈਲਦੇ ਹਨ। ਕਮਲ ਪੁੱਛਦੀ ਹੈ, ਕਿ ਹੈਜੇ ਦੇ ਵੀ ਕੀਟਾਣੂ ਹੁੰਦੇ ਹਨ? ਪਿਤਾ ਜੀ ਦੱਸਦੇ ਹਨ, ਹਾਂ, ਇਹ ਕੀਟਾਣੂ ਨਮੀ ਮਤਲਬ ਸਿੱਲ ਵਿੱਚ ਜਿਉਂਦੇ ਰਹਿੰਦੇ ਹਨ। ਖੁਸ਼ਕੀ ਅਤੇ ਗਰਮੀ ਨੂੰ ਇਹ ਸਹਿਣ ਨਹੀਂ ਕਰ ਸਕਦੇ, ਉੱਥੇ ਇਹ ਮਰ ਜਾਂਦੇ ਹਨ। ਇਸੇ ਕਰਕੇ ਉਹ ਬਿਮਾਰੀ ਬਰਸਾਤ ਦੀ ਰੁੱਤ ਵਿੱਚ ਹੀ ਜ਼ਿਆਦਾ ਫੈਲਦੀ ਹੈ। ਜਦੋਂ ਬਿਮਾਰੀ ਇਹ ਆਪਣੇ ਕਗਾਰ 'ਤੇ ਹੁੰਦੀ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਸਮਾਂ ਜਿਹੜਾ ਹੁੰਦਾ ਹੈ ਉਹ ਬਰਸਾਤਾਂ ਦਾ ਹੀ ਮੌਸਮ ਹੁੰਦਾ ਹੈ।
हैजा सिर्फ उन्होंने हुंदा है जो गंदा भोजन खाते हैं, जो गंदा भोजन खाते हैं, गले सड़े फल खाते हैं ਜਾਂ गंदा पानी पीते हैं। इस रोग ਨੂੰ ਮੱਖੀਆਂ ਫੈਲਾਉਂਦੀਆਂ ਹਨ। ਤੇ ਕਮਲ ਪੁੱਛਦੀ ਹੈ ਇਸ ਰੋਗ ਤੋਂ ਬਚਣ ਦੇ ਕੀ ਉਪਾਅ ਹਨ। ਪਿਤਾ ਜੀ ਦੱਸਦੇ ਹਨ ਸਾਨੂੰ ਹੈਜੇ ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਬਿਮਾਰੀ ਦੇ ਦਿਨਾਂ ਵਿੱਚ ਪਾਣੀ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ। ਖੂਹਾਂ ਵਿੱਚ ਲਾਲ ਦਵਾਈ ਪਾ ਦੇਣੀ ਚਾਹੀਦੀ ਹੈ। ਇਹ ਲਾਲ ਦਵਾਈ ਕਿਹੜੀ ਹੁੰਦੀ ਹੈ? ਕਲੋਰੀਨ। ਖਾਣ ਵਾਲੀਆਂ ਚੀਜ਼ਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਜਿਸ ਨਾਲ ਉਹਨਾਂ 'ਤੇ ਮੱਖੀਆਂ ਨਾ ਬੈਠ ਸਕਣ। ਗਲੀਆਂ ਸੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਘਰ ਦੇ ਆਲੇ ਦੁਆਲੇ ਦੀ ਸਫਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਫਿਰ ਕਮਲ ਪੁੱਛਦੀ ਹੈ ਪਿਤਾ ਜੀ ਟਾਈਫਾਈਡ ਕਿਸ ਤਰ੍ਹਾਂ ਦਾ ਰੋਗ ਹੈ। ਪਿਤਾ ਜੀ ਦੱਸਦੇ ਹਨ ਇਸ ਰੋਗ ਦਾ ਕਾਰਨ ਵੀ ਕੀਟਾਣੂ ਹਨ। ਇਸ ਰੋਗ ਵਿੱਚ ਅੰਤੜੀਆਂ ਵਿੱਚ ਜ਼ਖਮ ਹੋ ਜਾਂਦੇ ਹਨ। ਕਈ ਵਾਰ ਤਾਂ ਰੋਗੀ ਦੀ ਮੌਤ ਹੋ ਜਾਂਦੀ ਹੈ। ਇਹ ਰੋਗ ਵੀ ਪਾਣੀ ਅਤੇ ਭੋਜਨ ਰਾਹੀਂ ਹੀ ਫੈਲਦਾ ਹੈ। ਫਿਰ ਅਮਰਜੀਤ ਪੁੱਛਦਾ ਹੈ ਇਸ ਰੋਗ ਦੇ ਲੱਛਣ ਕੀ ਹਨ। ਪਿਤਾ ਜੀ ਦੱਸਦੇ ਹਨ ਇਸ ਰੋਗ ਵਿੱਚ ਸਵੇਰੇ ਬੁਖਾਰ ਘੱਟ ਹੁੰਦਾ ਹੈ ਅਤੇ ਦਿਨ ਚੜ੍ਹਨ ਦੇ ਨਾਲ ਨਾਲ ਬੁਖਾਰ ਵੱਧਦਾ ਜਾਂਦਾ ਹੈ। ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ। ਕਮਲ ਪੁੱਛਦੀ ਹੈ ਇਸ ਬੁਖਾਰ ਤੋਂ ਬਚਣ ਦੇ ਕਿਹੜੇ ਕਿਹੜੇ ਉਪਾਅ ਹਨ। ਪਿਤਾ ਜੀ ਦੱਸਦੇ ਹਨ ਫਿਰ ਸਾਨੂੰ ਟਾਈਫਾਈਡ ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਰੋਗੀ ਦੇ ਕਮਰੇ ਵਿੱਚ ਬੈਠ ਕੇ ਕੋਈ ਚੀਜ਼ ਨਹੀਂ ਖਾਣੀ ਚਾਹੀਦੀ। ਜੇਕਰ ਇਹ ਰੋਗ ਹੋ ਜਾਵੇ ਤਾਂ ਬਹੁਤ ਆਰਾਮ ਦੀ ਲੋੜ ਹੁੰਦੀ ਹੈ। ਰੋਗੀ ਨੂੰ ਕੇਵਲ ਦੁੱਧ ਹੀ ਪੀਣਾ ਚਾਹੀਦਾ ਹੈ। ਉਸ ਨੂੰ ਖੁੱਲ੍ਹੀ ਥਾਂ 'ਤੇ ਰੱਖਣਾ ਚਾਹੀਦਾ ਹੈ ਅਤੇ ਉਸ ਦੇ ਕੱਪੜੇ ਆਦਿ ਕਿਸੇ ਕੀਟਾਣੂ ਨਾਸ਼ਕ ਦਵਾਈ ਨਾਲ ਧੋਣੇ ਚਾਹੀਦੇ ਹਨ। ਫਿਰ ਅਮਰਜੀਤ ਪੁੱਛਦਾ ਹੈ ਪਿਤਾ ਜੀ ਮਲੇਰੀਆ ਬੁਖਾਰ ਕਿਸ ਤਰ੍ਹਾਂ ਫੈਲਦਾ ਹੈ। ਪਿਤਾ ਜੀ ਦੱਸਦੇ ਹਨ ਮਲੇਰੀਆ ਬੁਖਾਰ ਇੱਕ ਤਰ੍ਹਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਮੱਛਰ ਨੂੰ ਐਨੋਫਿਲੀਜ਼ ਮੱਛਰ ਕਹਿੰਦੇ ਹਨ। ਇਹ ਕੇਵਲ ਮਾਦਾ ਮੱਛਰ ਦੇ ਕੱਟਣ ਨਾਲ ਹੀ ਹੁੰਦਾ ਹੈ। ਮਾਦਾ ਜੋ ਫੀਮੇਲਸ ਹੋਤੀ ਹੈ। ਮਲੇਰੀਆ ਦੇ ਕੀਟਾਣੂ ਇਸ ਮੱਛਰ ਦੇ ਪੇਟ ਵਿੱਚ ਵੱਧਦੇ ਹਨ। ਜਦ ਇਹ ਮੱਛਰ ਕਿਸੇ ਸਿਹਤਮੰਦ ਮਨੁੱਖ ਨੂੰ ਕੱਟਦਾ ਹੈ ਤਾਂ ਇਹ ਕੀਟਾਣੂ ਉਸ ਦੇ ਖੂਨ ਵਿੱਚ ਚਲੇ ਜਾਂਦੇ ਹਨ ਅਤੇ ਉਸ ਨੂੰ ਰੋਗੀ ਬਣਾ ਦਿੰਦੇ ਹਨ। ਫਿਰ ਕਮਲ ਪੁੱਛਦੀ ਹੈ ਮਲੇਰੀਏ ਵਿੱਚ ਸਰਦੀ ਬਹੁਤ ਲੱਗਦੀ ਹੈ ਨਾ। ਪਿਤਾ ਜੀ ਦੱਸਦੇ ਹਨ ਹਾਂ ਸਰਦੀ ਨਾਲ ਸਰੀਰ ਕੰਬਣ ਲੱਗ ਜਾਂਦਾ ਹੈ। ਬੁਖਾਰ ਬਹੁਤ ਤੇਜ਼ ਹੁੰਦਾ ਹੈ। ਇਹ ਬੁਖਾਰ ਕਦੇ ਕਦੇ ਤਾਂ 24 ਘੰਟੇ ਵਿੱਚ ਉਤਰ ਜਾਂਦਾ ਹੈ ਅਤੇ ਹਰ ਤੀਸਰੇ ਜਾਂ ਚੌਥੇ ਦਿਨ ਵੀ ਚੜ੍ਹਦਾ ਹੈ। ਇਸ ਬੁਖਾਰ ਤੋਂ ਬਚਣ ਲਈ ਸਾਨੂੰ ਮੱਛਰਾਂ ਤੋਂ ਬਚਣਾ ਚਾਹੀਦਾ ਹੈ। ਪਾਣੀ ਦੇ ਟੋਭਿਆਂ 'ਤੇ ਟੋਭੇ ਜਿਹੜੇ ਖੱਡੇ ਹੁੰਦੇ ਹਨ ਪਾਣੀ ਦੇ ਟੋਭਿਆਂ 'ਤੇ ਮਿੱਟੀ ਦਾ ਤੇਲ ਛਿੜਕਣਾ ਚਾਹੀਦਾ ਹੈ ਕਿਉਂਕਿ ਮੱਛਰਾਂ ਦੇ ਆਂਡੇ ਜਿਹੜੇ ਹੁੰਦੇ ਹਨ ਉਹ ਖੜ੍ਹੇ ਪਾਣੀ ਵਿੱਚ ਹੀ ਹੁੰਦੇ ਹਨ। ਇਸ ਤੋਂ ਬਿਨਾਂ ਸਾਨੂੰ ਮੱਛਰਦਾਨੀ ਲਾ ਕੇ ਸੌਣਾ ਚਾਹੀਦਾ ਹੈ ਅਤੇ ਕੁਨੀਨ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਇਸ ਪਾਠ ਵਿੱਚ ਬਿਮਾਰੀਆਂ ਦੇ ਬਾਰੇ ਦੱਸਿਆ ਗਿਆ ਸੀ। ਤੁਹਾਨੂੰ ਬਹੁਤ ਹੀ ਨੌਲੇਜ ਮਿਲੀ ਹੋਵੇਗੀ ਇਸ ਪਾਠ ਤੋਂ ਕਿ ਅਲੱਗ-ਅਲੱਗ ਕਿਸਮ ਦੀਆਂ ਬੜੀਆਂ ਹੀ ਬਿਮਾਰੀਆਂ ਹੁੰਦੀਆਂ ਹਨ। ਉਹਨਾਂ ਤੋਂ ਕਿਵੇਂ ਬਚਣਾ ਚਾਹੀਦਾ ਹੈ, ਕੀ ਉਪਾਅ ਕਰਨੇ ਚਾਹੀਦੇ ਹਨ ਅਤੇ ਕੀ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਕੁਝ ਔਖੇ ਸ਼ਬਦਾਂ ਦੇ ਅਰਥ ਦਿੱਤੇ ਗਏ ਹਨ। ਇਹਨਾਂ ਨੂੰ ਪੜ੍ਹਦੇ ਹਾਂ। ਕੀਟਾਣੂ ਕੀਟਾਣੂ ਮਤਲਬ ਬਰੀਕ ਕੀੜੇ ਜਿਨ੍ਹਾਂ ਨੂੰ ਅੱਖਾਂ ਨਾਲ ਵੇਖਣਾ ਮੁਮਕਿਨ ਨਾ ਹੋਵੇ, ਜਿਨ੍ਹਾਂ ਨੂੰ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ। ਇਹਨਾਂ ਨੂੰ ਮਾਈਕਰੋਸਕੋਪ ਨਾਲ ਹੀ ਵੇਖਦੇ ਹਨ। ਉਪਾਅ ਮਤਲਬ ਤਰਤੀਬ, ਢੰਗ। ਅੰਤੜੀਆਂ ਕੀ ਹੁੰਦਾ ਹਨ? ਅੰਤੜੀਆਂ ਹੁੰਦਾ ਨੇ ਪੇਟ ਦੇ ਅੰਦਰ ਦੀਆਂ ਆਂਤਾਂ ਜਿਨ੍ਹਾਂ ਨੂੰ ਆਪਾਂ ਇੰਟੈਸਟਾਈਨ ਬੋਲਦੇ ਹਾਂ। ਕੀਟਾਣੂ ਨਾਸ਼ਕ ਕੀੜੇ ਮਾਰਨਾ, ਕੀਟਾਣੂਆਂ ਨੂੰ ਖਤਮ ਕਰਨਾ। ਠੀਕ ਹੈ ਜੀ। ਕੁਛ ਔਖੇ ਬਹੁ ਵਿਕਲਪੀ ਪ੍ਰਸ਼ਨ ਦਿੱਤੇ ਹੋਏ ਇਹਨਾਂ ਨੂੰ ਪੜ੍ਹਦੇ ਹਨ। ਪਿਤਾ ਜੀ ਕੋਲ ਕੌਣ ਬੈਠਾ ਸੀ? ਪਿਤਾ ਜੀ ਕੋਲ ਬੈਠੀ ਸੀ ਕਮਲ। ਠੀਕ ਹੈ ਨਾ, ਅਮਰਜੀਤ ਦੀ ਭੈਣ। ਖਸਰਾ ਕਿਹੜਾ ਰੋਗ ਹੈ? ਖਸਰਾ ਕਿਹੜਾ ਰੋਗ ਹੁੰਦਾ? ਖਸਰਾ ਛੂਤ ਦਾ ਰੋਗ ਹੁੰਦਾ ਹੈ। ਕੀਟਾਣੂ ਸਰੀਰ ਅੰਦਰ ਕੀ ਪੈਦਾ ਕਰਦੇ ਹਨ? ਕੀਟਾਣੂ ਸਰੀਰ ਅੰਦਰ ਜ਼ਹਿਰ ਪੈਦਾ ਕਰਦੇ ਹਨ। ਠੀਕ ਹੈ। ਅਮਰਜੀਤ ਨੇ ਕਿਹੜੇ ਬੁਖਾਰ ਬਾਰੇ ਪੁੱਛਿਆ? ਅਮਰਜੀਤ ਨੇ ਤਪੇਦੀ ਬੁਖਾਰ ਬਾਰੇ ਪੁੱਛਿਆ। ਠੀਕ ਹੈ ਜੀ। ਅਤੇ ਇਸ ਪਾਠ ਦੇ ਜਿਹੜੇ ਪ੍ਰਸ਼ਨ ਉੱਤੇ ਹਨ ਅਤੇ ਖਾਲੀ ਥਾਵਾਂ ਹਨ ਅਤੇ ਹੋਰ ਵੀ ਜਿਹੜੀ ਐਕਸਰਸਾਈਜ਼ ਹੈ ਉਹ ਤੁਹਾਨੂੰ ਗਰੁੱਪ ਵਿੱਚ ਭੇਜ ਦਿੱਤੀ ਜਾਏਗੀ। ਧੰਨਵਾਦ।